ਜਦ ਮੇਰਾ ਵਿਆਹ ਹੋਇਆ ਤਾਂ ਮੇਰੀ ਉਮਰ 35 ਸਾਲ ਦੀ ਸੀ। ਮੇਰੀ ਉਮਰ ਕਾਫੀ ਹੋ ਚੁੱਕੀ ਸੀ। ਸਭ ਅਜੀਬ ਨਜ਼ਰਾਂ ਨਾਲ ਦੇਖਦੇ ਸੀ ਕਿ ਦੁਲਹਨ ਦੀ ਉਮਰ ਕਾਫੀ ਜ਼ਿਆਦਾ ਲੱਗ ਰਹੀ ਹੈ, ਪਰ ਮੈਂ ਦੁਲਹਨ ਬਣ ਕੇ ਬਹੁਤ ਜ਼ਿਆਦਾ ਖੁਸ਼ ਸੀ। ਜਦੋਂ ਦੁਲਹਨ ਬਣ ਕੇ ਸਸੁਰਾਲ ਪਹੁੰਚੀ ਤਾਂ ਮੈਂ ਇਹ ਦੇਖ ਕੇ ਬਹੁਤ ਹੈਰਾਨ ਹੋਈ ਕਿ ਉੱਥੇ ਤਾਂ ਕੋਈ ਖੁਸ਼ੀ ਵਾਲਾ ਮਾਹੌਲ ਹੀ ਨਹੀਂ ਸੀ। ਮਹਿਮਾਨ ਵਿਦਾਈ ਤੋਂ ਬਾਅਦ ਹੀ ਸ਼ਾਇਦ ਆਪਣੇ ਆਪਣੇ ਘਰਾਂ ਨੂੰ ਚਲੇ ਗਏ ਸੀ। ਮੇਰੀ ਸੱਸ ਨੇ ਮੈਨੂੰ ਚੁੱਪਚਾਪ ਮੇਰੇ ਕਮਰੇ ਵਿੱਚ ਲਿਜਾ ਕੇ ਬਿਠਾ ਦਿੱਤਾ। ਨਾ ਕੋਈ ਰਸਮ ਕੀਤੀ ਤੇ ਨਾ ਕੋਈ ਸਵਾਗਤ। ਇਸ ਤਰ੍ਹਾਂ ਲੱਗਦਾ ਸੀ ਜਿਵੇਂ ਕੋਈ ਜ਼ਬਰਦਸਤੀ ਦਾ ਵਿਆਹ ਹੋਵੇ। ਮੈਂ ਕਮਰੇ ਵਿੱਚ ਕਦਮ ਰੱਖਿਆ ਤਾਂ ਮੈਨੂੰ ਬਹੁਤ ਅਜੀਬ ਜਿਹਾ ਮਹਿਸੂਸ ਹੋਇਆ, ਕਿਉਂਕਿ ਕਮਰਾ ਵੀ ਬਿਲਕੁਲ ਸਾਦਾ ਹੀ ਸੀ, ਜਿਵੇਂ ਇਹਨਾਂ ਨੂੰ ਨਵੀਂ ਦੁਲਹਨ ਦੇ ਆਉਣ ਦੀ ਕੋਈ ਖੁਸ਼ੀ ਹੀ ਨਹੀਂ ਹੋਈ। ਫਿਰ ਮੇਰੀ ਸੱਸ ਨੇ ਮੈਨੂੰ ਬੈੱਡ ਤੇ ਬਿਠਾ ਦਿੱਤਾ ਤੇ ਕਹਿਣ ਲੱਗੀ ਕਿ ਮੈਂ ਤੇਰੇ ਲਈ ਖਾਣਾ ਭੇਜਦੀ ਹਾਂ। ਮੈਂ ਆਪਣੀ ਸੱਸ ਨੂੰ ਮਨਾ ਕਰ ਦਿੱਤਾ। ਫਿਰ ਮੇਰੀ ਸੱਸ ਮੇਰੇ ਕੋਲ ਬੈਠ ਗਈ ਤੇ ਮੈਨੂੰ ਦੇਖਣ ਲੱਗੀ। ਉਹ ਦੇਖਣ ਨੂੰ ਤਾਂ ਬਹੁਤ ਚੰਗੀ ਲੱਗ ਰਹੀ ਸੀ, ਪਰ ਉਸ ਦੀਆਂ ਨਜ਼ਰਾਂ ਬਹੁਤ ਅਜੀਬ ਲੱਗ ਰਹੀਆਂ ਸਨ। ਮੈਨੂੰ ਬਹੁਤ ਘਬਰਾਹਟ ਹੋ ਰਹੀ ਸੀ। ਉਹ ਮੈਨੂੰ ਕਹਿਣ ਲੱਗੀ ਕਿ ਤੂੰ ਬਹੁਤ ਸੋਹਣੀ ਲੱਗ ਰਹੀ ਹੈ। ਮੈਂ ਮੁਸਕਰਾ ਕੇ ਉਹਨਾਂ ਦਾ ਧੰਨਵਾਦ ਕੀਤਾ, ਪਰ ਉਸ ਤੋਂ ਅੱਗੇ ਉਹਨਾਂ ਦੇ ਮੂੰਹ ਵਿੱਚੋਂ ਨਿਕਲਣ ਵਾਲੇ ਸ਼ਬਦ ਨੇ ਮੈਨੂੰ ਪਰੇਸ਼ਾਨੀ ਵਿੱਚ ਪਾ ਦਿੱਤਾ। ਉਹ ਕਹਿਣ ਲੱਗੀ ਕਿ ਪਰਮਾਤਮਾ ਤੇਰੀ ਖੂਬਸੂਰਤੀ ਬਰਕਰਾਰ ਰੱਖੇ। ਉਹਨਾਂ ਦੀ ਇਹ ਗੱਲ ਸੁਣ ਕੇ ਮੈਂ ਹੈਰਾਨ ਰਹਿ ਗਈ। ਉਹਨਾਂ ਦੇ ਸ਼ਬਦ ਹੀ ਅਜੀਬ ਨਹੀਂ ਸਨ, ਸਗੋਂ ਕਹਿਣ ਦਾ ਲਹਿਜਾ ਵੀ ਅਜੀਬ ਸੀ। ਮੈਂ ਉਹਨਾਂ ਨੂੰ ਕੁਝ ਵੀ ਪੁੱਛਣਾ ਠੀਕ ਨਹੀਂ ਸਮਝਿਆ। ਫਿਰ ਉਹ ਕੁਝ ਦੇਰ ਇੱਧਰ ਉੱਧਰ ਦੀਆਂ ਗੱਲਾਂ ਕਰਕੇ ਉੱਠੀ ਤੇ ਕਹਿਣ ਲੱਗੀ ਕਿ ਜੇ ਕਿਸੇ ਚੀਜ਼ ਦੀ ਜ਼ਰੂਰਤ ਹੋਵੇ ਤਾਂ ਦੱਸ ਦਈਂ। ਫਿਰ ਉਹ ਕਮਰੇ 'ਚੋਂ ਨਿਕਲ ਕੇ ਬਾਹਰ ਚਲੇ ਗਈ। ਮੈਨੂੰ ਜਿੱਥੇ ਵਿਆਹ ਦੀ ਪਹਿਲੀ ਰਾਤ ਇਸ ਕਮਰੇ ਵਿੱਚ ਖੂਬਸੂਰਤ ਅਹਿਸਾਸ ਦੀ ਖੁਸ਼ੀ ਹੋਣੀ ਚਾਹੀਦੀ ਸੀ, ਉੱਥੇ ਮੈਨੂੰ ਅਜੀਬ ਜਿਹੀ ਬੇਚੈਨੀ ਮਹਿਸੂਸ ਹੋ ਰਹੀ ਸੀ। ਮੇਰੀ ਸੱਸ ਦੇ ਜਾਣ ਤੋਂ ਕੁਝ ਦੇਰ ਬਾਅਦ ਹੀ ਮੇਰੀ ਨਣਦ ਮੇਰੇ ਕਮਰੇ ਵਿੱਚ ਆਈ। ਉਹ ਮੇਰੇ ਨਾਲ ਗੱਲਾਂ ਕਰਨ ਲੱਗੀ। ਉਹ ਉਮਰ ਵਿੱਚ ਮੇਰੇ ਤੋਂ ਵੀ ਵੱਡੀ ਸੀ। ਮੈਂ ਮੁਸਕਰਾ ਕੇ ਉਸ ਨਾਲ ਗੱਲਾਂ ਕਰਨ ਲੱਗ ਗਈ। ਫਿਰ ਉਹ ਮੇਰੇ ਨਾਲ ਅਜੀਬੋ-ਗਰੀਬ ਜਿਹੀਆਂ ਗੱਲਾਂ ਕਰਨ ਲੱਗੀ, ਜਿਸ ਨੂੰ ਸੁਣ ਕੇ ਮੇਰਾ ਮੂਡ ਬਹੁਤ ਹੀ ਜ਼ਿਆਦਾ ਖਰਾਬ ਹੋ ਗਿਆ। ਮੇਰੀ ਨਣਦ ਮੈਨੂੰ ਕਹਿਣ ਲੱਗੀ ਕਿ ਇੰਨਾ ਮੇਕਅਪ ਕਿਉਂ ਕੀਤਾ ਹੈ। ਉਸ ਦੀ ਗੱਲ ਮੈਨੂੰ ਅਜੀਬ ਜਿਹੀ ਲੱਗੀ, ਕਿਉਂਕਿ ਦੁਲਹਨ ਨੂੰ ਮੇਕਅਪ ਤਾਂ ਜ਼ਿਆਦਾ ਹੀ ਕੀਤਾ ਜਾਂਦਾ ਹੈ। ਮੈਂ ਉਸ ਦੀ ਗੱਲ ਦਾ ਕੋਈ ਜਵਾਬ ਨਹੀਂ ਦਿੱਤਾ। ਉਹ ਫਿਰ ਤੋਂ ਕਹਿਣ ਲੱਗੀ ਕਿ ਤੁਹਾਡੀ ਉਮਰ ਕੀ ਹੈ। ਮੈਂ ਚੁੱਪ ਰਹੀ। ਮੇਰਾ ਦਿਲ ਕਰ ਰਿਹਾ ਸੀ ਕਿ ਇਸ ਨੂੰ ਬਾਂਹ ਤੋਂ ਫੜ ਕੇ ਕਮਰੇ ਤੋਂ ਬਾਹਰ ਕਰ ਦੇਵਾਂ। ਫਿਰ ਉਹ ਦੁਬਾਰਾ ਕਹਿਣ ਲੱਗੀ ਕਿ ਤੁਹਾਡੀ ਉਮਰ 35 ਸਾਲ ਹੈ। ਕਾਫੀ ਜ਼ਿਆਦਾ ਉਮਰ ਹੋ ਗਈ ਹੈ ਵਿਆਹ ਦੇ ਹਿਸਾਬ ਨਾਲ। ਹੁਣ ਤੱਕ ਤੁਹਾਡਾ ਵਿਆਹ ਕਿਉਂ ਨਹੀਂ ਹੋਇਆ? ਕੀ ਕੋਈ ਐਬ ਜਾਂ ਕੋਈ ਬੁਰਾਈ ਸੀ ਤੁਹਾਡੇ ਵਿੱਚ, ਜਿਹੜਾ ਹੁਣ ਤੱਕ ਤੁਹਾਡਾ ਵਿਆਹ ਨਹੀਂ ਹੋਇਆ? ਉਸ ਦੇ ਸਵਾਲ ਮੇਰੇ ਤੇ ਜਿਵੇਂ ਹਥੌੜੇ ਵਾਂਗ ਵੱਜ ਰਹੇ ਸਨ। ਮੇਰਾ ਦਿਲ ਕਰੇ ਕਿ ਇਸ ਨੂੰ ਪੁੱਛਾਂ ਕਿ ਤੇਰੇ ਭਰਾ ਵਿੱਚ ਕੋਈ ਐਬ ਸੀ ਜਾਂ ਉਸ ਵਿੱਚ ਕੋਈ ਕਮੀ ਸੀ, ਜਿਹੜਾ ਉਸ ਦਾ ਹੁਣ ਤੱਕ ਵਿਆਹ ਨਹੀਂ ਹੋਇਆ ਸੀ, ਜਦ ਕਿ ਉਹ ਖੁਦ 1 ਸਾਲ ਮੇਰੇ ਤੋਂ ਵੱਡਾ ਸੀ। ਪਰ ਮੈਂ ਕੁਝ ਨਾ ਪੁੱਛ ਸਕੀ ਤੇ ਚੁੱਪ ਰਹੀ। ਫਿਰ ਉਹ ਬੋਲੀ, ਚਲੋ ਛੱਡੋ, ਵਿਆਹ ਤਾਂ ਨਸੀਬਾਂ ਨਾਲ ਹੁੰਦੇ ਹਨ। ਜਿੱਥੇ ਪਰਮਾਤਮਾ ਨੇ ਲਿਖਿਆ ਹੈ ਉੱਥੇ ਹੀ ਹੋਣਾ ਹੈ। ਵੈਸੇ ਮੇਰੇ ਭਰਾ ਨੂੰ ਖੂਬਸੂਰਤ ਔਰਤਾਂ ਪਸੰਦ ਹਨ, ਨਾ ਕਿ ਮੇਕਅਪ ਨਾਲ ਭਰੀਆਂ ਹੋਈਆਂ। ਬਦਸੂਰਤ ਔਰਤਾਂ ਨੂੰ ਤਾਂ ਉਹ ਮੂੰਹ ਵੀ ਨਹੀਂ ਲਗਾਉਂਦਾ। ਮੈਂ ਸੋਚ ਰਹੀ ਸੀ ਕਿ ਤੇਰੇ ਭਰਾ ਨੂੰ ਉਸ ਦੀ ਪਸੰਦ ਦੇ ਹਿਸਾਬ ਨਾਲ ਕੁੜੀ ਦੇਵੇਗਾ ਕੌਣ? ਪਰ ਮੈਂ ਕੁਝ ਨਾ ਬੋਲੀ, ਕਿਉਂਕਿ ਅੱਜ ਮੇਰਾ ਪਹਿਲਾ ਦਿਨ ਸੀ ਤੇ ਜੇ ਅੱਜ ਹੀ ਮੈਂ ਕੁਝ ਬੋਲ ਦਿੰਦੀ ਤਾਂ ਬਦਤਮੀਜ਼ ਮਸ਼ਹੂਰ ਹੋ ਜਾਂਦੀ। ਫਿਰ ਉਹ ਕਹਿਣ ਲੱਗੀ ਕਿ ਖੈਰ, ਔਰਤ ਜਿਹੋ ਜਿਹੀ ਵੀ ਹੋਵੇ, ਉਸ ਦੇ ਹੱਥ ਵਿੱਚ ਹੁੰਦਾ ਹੈ ਕਿ ਉਹ ਆਪਣੇ ਪਤੀ ਨੂੰ ਆਪਣਾ ਦੀਵਾਨਾ ਬਣਾ ਲਵੇ। ਉਮੀਦ ਕਰਦੀ ਹਾਂ ਕਿ ਤੁਸੀਂ ਵੀ ਕੁਝ ਅਜਿਹਾ ਕਰੋ ਕਿ ਮੇਰਾ ਭਰਾ ਤੁਹਾਡਾ ਦੀਵਾਨਾ ਹੋ ਜਾਵੇ। ਫਿਰ ਉਹ ਮੁਸਕਰਾ ਕੇ ਬਾਹਰ ਚਲੀ ਗਈ। ਮੈਨੂੰ ਆਪਣੇ ਅੱਗੇ ਦੀ ਜ਼ਿੰਦਗੀ ਬਹੁਤ ਜ਼ਿਆਦਾ ਖਰਾਬ ਨਜ਼ਰ ਆ ਰਹੀ ਸੀ। ਖੈਰ, ਇਹਨਾਂ ਸਭ ਗੱਲਾਂ ਨੂੰ ਭੁੱਲ ਕੇ ਮੈਂ ਥੋੜਾ ਆਰਾਮ ਕਰਨ ਲਈ ਲੇਟੀ ਹੀ ਸੀ ਕਿ ਐਨੇ ਨੂੰ ਮੇਰੇ ਪਤੀ ਕਮਰੇ ਵਿੱਚ ਆ ਗਏ। ਮੈਂ ਇੱਕਦਮ ਉੱਠ ਕੇ ਬੈਠੀ ਹੋ ਗਈ। ਫਿਰ ਮੇਰੇ ਪਤੀ ਮੇਰੇ ਕੋਲ ਆਏ ਤੇ ਕਹਿਣ ਲੱਗੇ ਕਿ ਇਹ ਸਭ ਕੀ ਹੈ, ਇੰਨਾ ਮੇਕਅਪ ਕਿਉਂ ਕੀਤਾ ਹੈ? ਉਹਨਾਂ ਨੇ ਇਸ ਤਰ੍ਹਾਂ ਪੁੱਛਣ ਨਾਲ ਮੈਨੂੰ ਬਹੁਤ ਹੈਰਾਨੀ ਹੋਈ। ਉਹ ਕਹਿਣ ਲੱਗੇ, ਇੰਨਾ ਮੇਕਅਪ ਕਰਕੇ ਤੂੰ ਸੋਹਣੀ ਲੱਗ ਰਹੀ ਹੈ। ਮੇਕਅਪ ਕਰਕੇ ਤਾਂ ਕੋਈ ਵੀ ਸੋਹਣਾ ਲੱਗ ਸਕਦਾ ਹੈ। ਜਾ ਕੇ ਮੂੰਹ ਧੋ ਕੇ ਆ, ਸਾਫ਼ ਕਰਕੇ ਆ ਮੇਕਅਪ। ਜੇ ਮੇਕਅਪ ਉਤਾਰਨ ਤੋਂ ਬਾਅਦ ਤੂੰ ਖੂਬਸੂਰਤ ਨਾ ਲੱਗੀ ਤਾਂ ਮੈਂ ਤੈਨੂੰ ਤਲਾਕ ਦੇ ਦੇਵਾਂਗਾ। ਆਪਣੇ ਪਤੀ ਦੀਆਂ ਗੱਲਾਂ ਸੁਣ ਕੇ ਮੈਂ ਪਰੇਸ਼ਾਨ ਹੋ ਗਈ। ਮੈਂ ਤਾਂ ਪਹਿਲਾਂ ਹੀ ਪਰੇਸ਼ਾਨ ਬੈਠੀ ਸੀ। ਫਿਰ ਉਹਨਾਂ ਨੇ ਕਿਹਾ, ਜਾ ਹੁਣ ਬੈਠੀ ਕਿਉਂ ਹੈ, ਜਾ ਕੇ ਮੂੰਹ ਧੋ ਕੇ ਆ। ਆਪਣੇ ਪਤੀ ਦੇ ਗੁੱਸੇ ਹੋਣ ਤੇ ਮੈਂ ਇੱਕਦਮ ਉੱਠੀ
ਤੇ ਬਾਥਰੂਮ ਵਿੱਚ ਚਲੇ ਗਈ। ਬਾਥਰੂਮ ਵਿੱਚ ਜਾ ਕੇ ਮੈਂ ਸੋਚਾਂ ਵਿੱਚ ਪੈ ਗਈ ਕਿ ਮੈਂ ਹੁਣ ਕੀ ਕਰਾਂ। ਜੇ ਮੇਰੀ ਸੂਰਤ ਮੇਰੇ ਪਤੀ ਨੂੰ ਪਸੰਦ ਨਾ ਆਈ ਤਾਂ ਉਹ ਮੈਨੂੰ ਤਲਾਕ ਦੇ ਦੇਣਗੇ। ਮੈਂ ਬਹੁਤ ਪਰੇਸ਼ਾਨ ਸੀ। ਕਾਫੀ ਦੇਰ ਬਾਥਰੂਮ ਵਿੱਚ ਗੁਜ਼ਾਰਨ ਤੋਂ ਬਾਅਦ ਮੈਂ ਜਵੈਲਰੀ ਉਤਾਰ ਕੇ ਕੱਪੜੇ ਬਦਲੇ ਤੇ ਮੂੰਹ ਹੱਥ ਧੋ ਕੇ ਬਾਹਰ ਆਈ ਤਾਂ ਦੇਖਿਆ ਕਿ ਮੇਰਾ ਪਤੀ ਸੋ ਚੁੱਕਿਆ ਸੀ। ਮੈਂ ਚੈਨ ਦਾ ਸਾਹ ਲਿਆ ਕਿ ਅੱਜ ਦੀ ਰਾਤ ਗੁਜ਼ਰ ਜਾਵੇ ਤੇ ਕੱਲ ਨੂੰ ਮੇਰੀ ਮਾਂ ਆ ਜਾਵੇਗੀ, ਉਹ ਸਭ ਕੁਝ ਸੰਭਾਲ ਲਵੇਗੀ। ਮੈਂ ਬਿਨਾਂ ਆਵਾਜ਼ ਕੀਤੇ ਬੈੱਡ ਤੇ ਜਾ ਕੇ ਲੇਟ ਗਈ। ਅਜੇ ਮੈਨੂੰ ਪਈ ਨੂੰ ਥੋੜਾ ਟਾਈਮ ਹੀ ਹੋਇਆ ਸੀ ਕਿ ਮੇਰੇ ਪਤੀ, ਮੇਰਾ ਨਾਮ ਮਾਨਵੀ ਹੈ, ਮੈਂ ਦਿੱਲੀ ਦੀ ਰਹਿਣ ਵਾਲੀ ਹਾਂ। ਮੇਰੇ ਘਰ ਵਿੱਚ ਸਿਰਫ ਮੇਰੀ ਮਾਂ ਤੇ ਮੈਂ ਹੀ ਸੀ। ਮੇਰੇ ਪਿਤਾ ਜੀ ਦੀ ਮੌਤ ਕਈ ਸਾਲ ਪਹਿਲਾਂ ਹੋ ਚੁੱਕੀ ਸੀ। ਸਾਡਾ ਘਰ 2 ਮੰਜ਼ਲਾ ਸੀ। ਪਿਤਾ ਜੀ ਦੀ ਮੌਤ ਤੋਂ ਬਾਅਦ ਘਰ ਦਾ ਖਰਚਾ ਚਲਾਉਣ ਲਈ ਮੇਰੀ ਮਾਂ ਨੇ ਨੀਚੇ ਵਾਲਾ ਘਰ ਕਿਰਾਏ ਤੇ ਦੇ ਦਿੱਤਾ ਤੇ ਅਸੀਂ ਉੱਪਰਲੀ ਮੰਜ਼ਲ ਤੇ ਰਹਿੰਦੇ ਸੀ। ਮੇਰੀ ਮਾਂ ਬੱਚਿਆਂ ਨੂੰ ਟਿਊਸ਼ਨ ਪੜ੍ਹਾਉਂਦੀ ਸੀ, ਜਿਸ ਨਾਲ ਸਾਡਾ ਖਰਚਾ ਵਧੀਆ ਚੱਲੀ ਜਾਂਦਾ ਸੀ। ਪਰ ਮੇਰੀ ਮਾਂ ਨੂੰ ਇੱਕ ਗੱਲ ਹਮੇਸ਼ਾ ਪਰੇਸ਼ਾਨ ਕਰਦੀ ਰਹਿੰਦੀ ਕਿ ਮੇਰਾ ਘਰ ਨਹੀਂ ਵਸੇਗਾ, ਮੇਰਾ ਵਿਆਹ ਨਹੀਂ ਹੋਵੇਗਾ, ਕਿਉਂਕਿ ਮੇਰੇ ਵਿੱਚ ਬਹੁਤ ਵੱਡਾ ਐਬ ਸੀ। ਬਚਪਨ ਤੋਂ ਹੀ ਮੈਨੂੰ ਸਾਰੇ ਬਦਸੂਰਤ ਕਹਿੰਦੇ ਸਨ। ਜਦ ਮੈਂ ਸਕੂਲ ਜਾਂਦੀ ਸੀ ਤਾਂ ਮੇਰਾ ਕੋਈ ਦੋਸਤ ਵੀ ਨਹੀਂ ਬਣਦਾ ਸੀ। ਜਦ ਮੈਂ ਜਵਾਨ ਹੋਈ ਤਾਂ ਮੇਰੇ ਇੰਨੇ ਵੱਡੇ ਐਬ ਤੇ ਮੇਰੀ ਮੰਮੀ ਬਹੁਤ ਪਰੇਸ਼ਾਨ ਰਹਿੰਦੀ ਸੀ ਕਿ ਉਹਨਾਂ ਤੋਂ ਬਾਅਦ ਮੇਰਾ ਕੀ ਹੋਵੇਗਾ। ਹੁਣ ਸਾਰੀ ਜ਼ਿੰਦਗੀ ਤਾਂ ਮੈਨੂੰ ਘਰ ਪਰ ਨਹੀਂ ਬਿਠਾ ਕੇ ਰੱਖ ਸਕਦੇ ਸੀ। ਮੇਰੀ ਪਰੇਸ਼ਾਨੀ ਵਿੱਚ ਮੇਰੀ ਮਾਂ ਨੂੰ ਡਿਪਰੈਸ਼ਨ ਦੀ ਬਿਮਾਰੀ ਲੱਗ ਗਈ। ਹਰ ਵਕਤ ਮੇਰੇ ਵਿਆਹ ਬਾਰੇ ਦੁਆ ਮੰਗਦੀ ਰਹਿੰਦੀ ਸੀ। ਮੈਂ ਵੀ ਬਹੁਤ ਪਰੇਸ਼ਾਨ ਰਹਿੰਦੀ ਸੀ। ਮੈਨੂੰ ਵੀ ਇਸ ਤਰ੍ਹਾਂ ਲੱਗਣ ਲੱਗਿਆ ਸੀ ਕਿ ਮੇਰਾ ਵਿਆਹ ਕਦੇ ਨਹੀਂ ਹੋਵੇਗਾ। ਸਾਡੇ ਘਰ ਜੋ ਵੀ ਆਉਂਦਾ ਉਹ ਮੰਮੀ ਕੋਲ ਅਫਸੋਸ ਕਰਕੇ ਜਾਂਦਾ, ਜਿਵੇਂ ਮੈਂ ਬਹੁਤ ਬੁਰੀ ਚੀਜ਼ ਹਾਂ। ਜਦ ਮੈਂ 18 ਸਾਲ ਦੀ ਵੀ ਨਹੀਂ ਹੋਈ ਸੀ, ਉਸ ਸਮੇਂ ਤੋਂ ਮੇਰੀ ਮਾਂ ਮੇਰੇ ਲਈ ਰਿਸ਼ਤਾ ਲੱਭਣ ਲੱਗ ਗਈ ਸੀ। ਰਿਸ਼ਤੇ ਵੀ ਬਹੁਤ ਆਉਂਦੇ ਸਨ, ਪਰ ਮੈਨੂੰ ਦੇਖਦੇ ਹੀ ਰਿਜੈਕਟ ਕਰਕੇ ਚਲੇ ਜਾਂਦੇ ਸਨ। ਇਸ ਤਰ੍ਹਾਂ ਹੁੰਦੇ ਹੁੰਦੇ ਕਈ ਸਾਲ ਲੰਘ ਗਏ। ਜਦ ਮੈਂ 24 ਸਾਲ ਦੀ ਸੀ ਤਾਂ ਮੇਰੇ ਲਈ ਇੱਕ ਰਿਸ਼ਤਾ ਆਇਆ। ਉਹਨਾਂ ਨੇ ਮੈਨੂੰ ਦੇਖਦੇ ਹੀ ਮੇਰੀ ਮੰਮੀ ਨੂੰ ਕਈ ਗੱਲਾਂ ਸੁਣਾਈਆਂ, ਜਿਸ ਦੇ ਦੁੱਖ ਨਾਲ ਮੰਮੀ ਨੂੰ ਦਿਲ ਦਾ ਦੌਰਾ ਪੈ ਗਿਆ। ਫਿਰ ਮੇਰੀ ਉਮਰ ਜਿਵੇਂ ਜਿਵੇਂ ਵੱਧਦੀ ਗਈ, ਰਿਸ਼ਤੇ ਆਉਣੇ ਵੀ ਬੰਦ ਹੋ ਗਏ। ਘਰ ਦੇ ਹਾਲਾਤ ਵੀ ਮਾੜੇ ਹੋ ਗਏ, ਕਿਉਂਕਿ ਮਾਂ ਦੀ ਦਵਾਈਆਂ ਤੇ ਇਲਾਜ ਤੇ ਵੀ ਕਾਫੀ ਖਰਚ ਹੋ ਗਿਆ ਸੀ। ਇਸ ਲਈ ਮੈਂ ਇੱਕ ਹਸਪਤਾਲ ਵਿੱਚ ਨਰਸ ਦੀ ਨੌਕਰੀ ਕਰਨ ਲੱਗੀ। ਮੇਰੀ ਉਮਰ ਹੁਣ 35 ਸਾਲ ਹੋ ਚੁੱਕੀ ਸੀ। ਮੇਰੇ ਦਿਮਾਗ ਵਿੱਚੋਂ ਹੁਣ ਵਿਆਹ ਦਾ ਖਿਆਲ ਤਾਂ ਨਿਕਲ ਹੀ ਚੁੱਕਾ ਸੀ। ਇੱਕ ਦਿਨ ਜਦੋਂ ਮੈਂ ਹਸਪਤਾਲ ਤੋਂ ਘਰ ਆਈ ਤਾਂ ਮੇਰੀ ਮਾਂ ਬਹੁਤ ਖੁਸ਼ ਨਜ਼ਰ ਆ ਰਹੀ ਸੀ। ਉਹਨਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਹੀ ਨਹੀਂ ਸੀ। ਮੇਰੇ ਘਰ ਪਹੁੰਚਦੇ ਹੀ ਉਹਨਾਂ ਨੇ ਮੇਰੇ ਮੂੰਹ ਵਿੱਚ ਮਠਿਆਈ ਪਾ ਦਿੱਤੀ। ਮੈਂ ਹੈਰਾਨੀ ਨਾਲ ਮੰਮੀ ਨੂੰ ਦੇਖਿਆ ਤੇ ਉਹਨਾਂ ਦੀ ਖੁਸ਼ੀ ਦੀ ਵਜ੍ਹਾ ਪੁੱਛੀ। ਮੰਮੀ ਨੇ ਜੋ ਮੈਨੂੰ ਦੱਸਿਆ, ਉਸ ਨੂੰ ਸੁਣ ਕੇ ਮੈਨੂੰ ਮੇਰੇ ਕੰਨਾਂ ਤੇ ਯਕੀਨ ਨਾ ਹੋਇਆ। ਉਹ ਕਹਿਣ ਲੱਗੀ ਕਿ ਮੇਰਾ ਰਿਸ਼ਤਾ ਪੱਕਾ ਹੋ ਗਿਆ ਹੈ ਤੇ ਮਹੀਨੇ ਦੇ ਵਿੱਚ ਹੀ ਮੇਰਾ ਵਿਆਹ ਹੈ। ਮੈਨੂੰ ਯਕੀਨ ਨਹੀਂ ਹੋ ਰਿਹਾ ਸੀ ਤਾਂ ਮੇਰੀ ਮਾਂ ਨੇ ਦੱਸਿਆ ਕਿ 2 ਮਹੀਨੇ ਪਹਿਲਾਂ ਉਹਨਾਂ ਨੇ ਮੇਰੀ ਫੋਟੋ ਕਿਸੇ ਰਿਸ਼ਤੇ ਵਾਲੀ ਨੂੰ ਦਿੱਤੀ ਸੀ ਤੇ ਅੱਜ ਉਹ ਰਿਸ਼ਤੇ ਵਾਲੇ ਰਿਸ਼ਤਾ ਲੈ ਕੇ ਆਏ ਸੀ ਤੇ ਨਾਲ ਹੀ ਮੁੰਡੇ ਦੀ ਮਾਂ ਵੀ ਆਈ ਸੀ। ਰਿਸ਼ਤਾ ਪੱਕਾ ਹੋ ਗਿਆ ਹੈ। ਮੈਂ ਮੰਮੀ ਨੂੰ ਪੁੱਛਿਆ ਕਿ ਤੁਸੀਂ ਮੇਰੇ ਐਬ ਬਾਰੇ ਉਹਨਾਂ ਨੂੰ ਦੱਸ ਦਿੱਤਾ ਸੀ। ਮੰਮੀ ਨੇ ਕਿਹਾ ਕਿ ਹਾਂ, ਮੈਂ ਸਭ ਕੁਝ ਦੱਸ ਦਿੱਤਾ ਸੀ। ਉਹਨਾਂ ਨੂੰ ਕੋਈ ਇਤਰਾਜ਼ ਨਹੀਂ। ਮੰਮੀ ਦੀ ਗੱਲ ਸੁਣ ਕੇ ਮੈਂ ਚੁੱਪਚਾਪ ਆਪਣੇ ਕਮਰੇ ਵਿੱਚ ਚਲੇ ਗਈ। ਪਤਾ ਨਹੀਂ ਕੌਣ ਹੋਵੇਗਾ ਜਿਹੜਾ ਕਿ ਮੇਰਾ ਐਬ ਜਾਣਨ ਤੋਂ ਬਾਅਦ ਵੀ ਮੇਰੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਹੈ। ਪਤਾ ਨਹੀਂ ਉਸ ਵਿੱਚ ਵੀ ਕਿਹੜਾ ਐਬ ਹੋਵੇਗਾ। ਨਹੀਂ, ਮੇਰੇ ਨਾਲ ਕਿਉਂ ਵਿਆਹ ਕਰਵਾਉਣਾ ਸੀ ਜਦ ਕਿ ਮੇਰੇ ਅੰਦਰ ਤਾਂ ਐਡਾ ਵੱਡਾ ਐਬ ਸੀ। ਮੈਂ ਇਹ ਸਭ ਸੋਚ ਰਹੀ ਸੀ ਕਿ ਮੇਰੀ ਮੰਮੀ ਨੇ ਮੈਨੂੰ ਮੁੰਡੇ ਦੀ ਤਸਵੀਰ ਲਿਆ ਕੇ ਦਿਖਾਈ। ਮੈਂ ਉਸ ਦੀ ਫੋਟੋ ਦੇਖ ਕੇ ਦੰਗ ਰਹਿ ਗਈ, ਕਿਉਂਕਿ ਉਹ ਦੇਖਣ ਵਿੱਚ ਬਹੁਤ ਖੂਬਸੂਰਤ ਲੱਗ ਰਿਹਾ ਸੀ। ਮੰਮੀ ਨੇ ਦੱਸਿਆ ਕਿ ਇਸ ਦੀ ਉਮਰ 36 ਸਾਲ ਹੈ। ਕਾਰੋਬਾਰ ਦੇ ਮਾਮਲਿਆਂ ਕਰਕੇ ਇਸ ਦਾ ਵਿਆਹ ਨਹੀਂ ਹੋ ਸਕਿਆ। ਮੈਨੂੰ ਅਚਾਨਕ ਸਭ ਚੰਗਾ ਚੰਗਾ ਲੱਗਣ ਲੱਗਿਆ ਸੀ, ਜਿਵੇਂ ਮੇਰੀਆਂ ਸਾਰੀਆਂ ਦੁੱਖ ਤਕਲੀਫਾਂ ਦੂਰ ਹੋ ਗਈਆਂ ਹੋਣ। ਮੈਂ ਬਹੁਤ ਖੁਸ਼ ਸੀ ਤੇ ਇਸ ਖੁਸ਼ੀ ਦੇ ਮੌਕੇ ਤੇ ਸਾਰੇ ਰਿਸ਼ਤੇਦਾਰ ਵੀ ਪਹੁੰਚ ਗਏ ਸਨ, ਕਿਉਂਕਿ ਸਾਰਿਆਂ ਨੇ ਮੇਰੇ ਵਿਆਹ ਦੀ ਉਮੀਦ ਹੀ ਛੱਡ ਦਿੱਤੀ ਸੀ। ਪਰ ਮੇਰੀ ਮਾਸੀ ਨੂੰ ਇਸ ਗੱਲ ਦਾ ਇਤਰਾਜ਼ ਸੀ ਕਿ ਵਿਆਹ ਦਾ ਸਮਾਨ ਮੇਰੀ ਸੱਸ ਹੀ ਲਿਆ ਰਹੀ ਸੀ, ਨਾ ਕੋਈ ਰਿਸ਼ਤੇਦਾਰ ਤੇ ਨਾ ਕੋਈ ਹੋਰ। ਮੇਰੀ ਨਣਦ ਵੀ ਨਹੀਂ ਆਈ ਸੀ, ਪਰ ਮੇਰੀ ਮੰਮੀ ਨੇ ਨਜ਼ਰਅੰਦਾਜ਼ ਕਰ ਦਿੱਤਾ ਤੇ ਮੇਰਾ ਵਿਆਹ ਹੋ ਗਿਆ। ਇਸ ਉਮਰ ਵਿੱਚ ਵੀ ਮੈਂ ਦੁਲਹਨ ਬਣੀ ਬਹੁਤ ਹੀ ਸੋਹਣੀ ਲੱਗ ਰਹੀ ਸੀ। ਮੁੰਡੇ ਵਾਲਿਆਂ ਵੱਲੋਂ ਵੀ ਰਿਸ਼ਤੇਦਾਰ ਆਏ ਸਨ। ਛੋਟੇ ਜਿਹੇ ਫੰਕਸ਼ਨ ਤੋਂ ਬਾਅਦ
ਸਾਦਗੀ ਨਾਲ ਮੇਰੀ ਵਿਦਾਈ ਹੋ ਗਈ ਤੇ ਮੈਂ ਆਪਣੇ ਸਸੁਰਾਲ ਆ ਗਈ। ਸਸੁਰਾਲ ਆ ਕੇ ਮੈਂ ਜਿਹੜੇ ਸੁਪਨੇ ਸਜਾਏ ਸੀ ਉਹ ਇੱਕ ਪਲ ਵਿੱਚ ਹੀ ਟੁੱਟ ਕੇ ਚਕਨਾਚੂਰ ਹੋ ਗਏ। ਜਦ ਮੇਰੀ ਸੱਸ ਨੇ ਮੈਨੂੰ ਕਮਰੇ ਵਿੱਚ ਬਿਠਾਇਆ ਤੇ ਅੰਦਰ ਤੋਂ ਦਰਵਾਜ਼ਾ ਬੰਦ ਕਰਕੇ ਮੇਰੇ ਹੱਥ ਵਿੱਚ ਇੱਕ ਕਾਗਜ਼ ਫੜਾ ਕੇ ਬੋਲੀ, ਰੋਜ਼ ਇਸ ਵਿੱਚੋਂ ਇੱਕ ਟੁਕੜਾ ਤੋੜ ਕੇ ਮੇਰੇ ਬੇਟੇ ਨੂੰ ਪਾਣੀ ਵਿੱਚ ਮਿਲਾ ਕੇ ਜ਼ਰੂਰ ਦਈਂ। ਮੈਂ ਇਹ ਸੁਣ ਕੇ ਹੈਰਾਨ ਹੋ ਗਈ। ਮੈਂ ਪੁੱਛਿਆ, ਇਹ ਕੀ ਹੈ? ਤਾਂ ਮੇਰੀ ਸੱਸ ਇੱਕਦਮ ਘਬਰਾਈ ਹੋਈ ਬੋਲੀ, ਤੂੰ ਇਸ ਨੂੰ ਲੁਕੋ ਕੇ ਰੱਖ ਲੈ। ਬਸ ਇਹ ਸਮਝ ਲੈ ਕਿ ਇਹ ਬਹੁਤ ਕੰਮ ਦੀ ਚੀਜ਼ ਹੈ। ਇਸ ਬਾਰੇ ਕਿਸੇ ਨੂੰ ਕੁਝ ਨਾ ਦੱਸੀ। ਮੈਂ ਚੁੱਪ ਕਰ ਗਈ। ਫਿਰ ਉਹ ਕੁਝ ਦੇਰ ਮੇਰੇ ਕੋਲ ਬੈਠ ਕੇ ਚਲੇ ਗਈ। ਇਸ ਤੋਂ ਬਾਅਦ ਮੇਰੀ ਨਣਦ ਆਈ। ਉਸ ਨੇ ਮੇਰੇ ਨਾਲ ਬਹੁਤ ਹੀ ਅਜੀਬੋ-ਗਰੀਬ ਗੱਲਾਂ ਕੀਤੀਆਂ ਤੇ ਫਿਰ ਉਹ ਵੀ ਚਲੇ ਗਈ। ਪਰ ਉਸ ਤੋਂ ਬਾਅਦ ਮੇਰੇ ਪਤੀ ਨੇ ਮੇਰੇ ਨਾਲ ਜਿਹੜੀ ਬਦਤਮੀਜ਼ੀ ਕੀਤੀ ਸੀ, ਉਸ ਤੋਂ ਬਾਅਦ ਮੈਂ ਬਹੁਤ ਰੋਈ। ਅਗਲੇ ਦਿਨ ਮੈਂ ਆਪਣੀ ਮੰਮੀ ਦੇ ਘਰ ਆ ਗਈ ਸੀ। ਰਾਤ ਜੋ ਵੀ ਹੋਇਆ ਉਹ ਦੱਸਣ ਦੇ ਲਾਇਕ ਨਹੀਂ ਸੀ ਕਿ ਮੇਰੇ ਪਤੀ ਨੇ ਮੇਰੇ ਨਾਲ ਕਿਵੇਂ ਬਦਤਮੀਜ਼ੀ ਕੀਤੀ ਸੀ। ਮੇਰਾ ਉਤਰਿਆ ਹੋਇਆ ਚਿਹਰਾ ਦੇਖ ਕੇ ਮੇਰੀ ਮੰਮੀ ਪਰੇਸ਼ਾਨ ਹੋ ਗਈ ਤੇ ਕਹਿਣ ਲੱਗੀ ਕਿ ਕੀ ਤੂੰ ਇਸ ਵਿਆਹ ਤੋਂ ਖੁਸ਼ ਨਹੀਂ ਆ? ਕੀ ਤੇਰੇ ਸਸੁਰਾਲ ਵਾਲਿਆਂ ਨੇ ਤੇਰੇ ਨਾਲ ਚੰਗਾ ਵਿਵਹਾਰ ਨਹੀਂ ਕੀਤਾ? ਮੰਮੀ ਦੇ ਸਵਾਲ ਤੇ ਮੇਰੀਆਂ ਅੱਖਾਂ ਵਿੱਚ ਹੰਝੂ ਆ ਗਏ, ਪਰ ਮੈਂ ਚਾਹ ਕੇ ਵੀ ਕੁਝ ਨਾ ਦੱਸ ਸਕੀ ਕਿ ਮੇਰੇ ਪਤੀ ਨੇ ਮੈਨੂੰ ਤਲਾਕ ਤਾਂ ਨਹੀਂ ਦਿੱਤਾ, ਪਰ ਉਸਨੇ ਮੇਰੇ ਨਾਲ ਘੱਟ ਨਹੀਂ ਗੁਜ਼ਾਰੀ ਸੀ। ਪਰ ਮੇਰੇ ਪਤੀ ਨੇ ਕਿਹਾ ਸੀ ਕਿ ਇਹ ਗੱਲ ਕਿਸੇ ਨੂੰ ਨਾ ਦੱਸੀ। ਜੇ ਤੂੰ ਕਿਸੇ ਨੂੰ ਇਹ ਗੱਲ ਦੱਸੀ ਤਾਂ ਮੈਂ ਤੈਨੂੰ ਉਸੇ ਵਕਤ ਤਲਾਕ ਦੇ ਦੇਵਾਂਗਾ। ਮੈਂ ਆਪਣੀ ਮੰਮੀ ਨੂੰ ਕਿਹਾ ਕਿ ਅਜਿਹਾ ਕੁਝ ਨਹੀਂ ਹੈ। ਮੇਰੀ ਸੱਸ ਤੇ ਨਣਦ ਬਹੁਤ ਚੰਗੀਆਂ ਹਨ ਤੇ ਮੇਰੇ ਪਤੀ ਵੀ ਬਹੁਤ ਚੰਗੇ ਹਨ। ਮੇਰੇ ਕਹਿਣ ਤੇ ਮੰਮੀ ਚੁੱਪ ਹੋ ਗਈ, ਪਰ ਉਹਨਾਂ ਨੂੰ ਤਸੱਲੀ ਨਹੀਂ ਹੋਈ। ਉਹ ਮੈਨੂੰ ਵਾਰ-ਵਾਰ ਪੁੱਛਦੀ ਰਹੀ ਕਿ ਸਭ ਠੀਕ ਤਾਂ ਹੈ। ਸ਼ਾਮ ਨੂੰ ਮੇਰੇ ਪਤੀ ਮੈਨੂੰ ਲੈਣ ਆ ਗਏ ਤੇ ਮੈਂ ਉਹਨਾਂ ਨਾਲ ਵਾਪਸ ਆ ਗਈ। ਸਭ ਕੁਝ ਠੀਕ ਚੱਲ ਰਿਹਾ ਸੀ, ਪਰ ਕੋਈ ਇਹ ਨਹੀਂ ਜਾਣਦਾ ਸੀ ਕਿ ਮੇਰੀ ਜ਼ਿੰਦਗੀ ਕਿਵੇਂ ਗੁਜ਼ਰ ਰਹੀ ਹੈ। ਮੈਂ ਆਪਣੀ ਨੌਕਰੀ ਤੇ ਜਾਣਾ ਸ਼ੁਰੂ ਕਰ ਦਿੱਤਾ ਕਿਉਂਕਿ ਮੇਰੇ ਪਤੀ ਦਾ ਕਹਿਣਾ ਸੀ ਕਿ ਉਹ ਘਰ ਦਾ ਖਰਚ ਇਕੱਲੇ ਨਹੀਂ ਚੁੱਕ ਸਕਦੇ। ਜਦ ਮੰਮੀ ਨੇ ਪੁੱਛਿਆ ਕਿ ਤੂੰ ਨੌਕਰੀ ਕਿਉਂ ਕਰ ਰਹੀ ਆਂ, ਤਾਂ ਮੈਂ ਉਹਨਾਂ ਨੂੰ ਕਿਹਾ ਕਿ ਮੇਰਾ ਘਰ ਦਿਲ ਨਹੀਂ ਲੱਗਦਾ ਕਿਉਂਕਿ ਮੇਰੇ ਪਤੀ ਨੇ ਮੈਨੂੰ ਕੁਝ ਦੱਸਣ ਤੋਂ ਮਨਾ ਕੀਤਾ ਸੀ। ਜ਼ਿੰਦਗੀ ਹੋਰ ਮੁਸ਼ਕਿਲ ਹੁੰਦੀ ਜਾ ਰਹੀ ਸੀ। ਜਦ ਇੱਕ ਰਾਤ ਮੇਰੇ ਪਤੀ ਘਰ ਨਹੀਂ ਆਏ ਤਾਂ ਮੇਰੀ ਸੱਸ ਮੇਰੇ ਕਮਰੇ ਵਿੱਚ ਆਈ। ਉਹ ਅਕਸਰ ਚੁੱਪਚਾਪ ਆਪਣੇ ਕਮਰੇ ਵਿੱਚ ਹੀ ਰਹਿੰਦੀ ਸੀ, ਪਰ ਅੱਜ ਉਹ ਬਹੁਤ ਗੁੱਸੇ ਵਿੱਚ ਲੱਗ ਰਹੀ ਸੀ। ਫਿਰ ਮੇਰੀ ਸੱਸ ਮੈਨੂੰ ਗੁੱਸੇ ਵਿੱਚ ਕਹਿਣ ਲੱਗੀ ਕਿ ਜਿਹੜਾ ਕਾਗਜ਼ ਮੈਂ ਤੈਨੂੰ ਦਿੱਤਾ ਸੀ ਉਹ ਆਪਣੇ ਪਤੀ ਨੂੰ ਪਾਣੀ ਵਿੱਚ ਮਿਲਾ ਕੇ ਦਿੰਦੀ ਹੈ ਜਾਂ ਨਹੀਂ। ਮੈਂ ਘਬਰਾ ਗਈ ਕਿਉਂਕਿ ਉਹ ਕਾਗਜ਼ ਤਾਂ ਮੈਂ ਸੁੱਟ ਦਿੱਤਾ ਸੀ। ਮੈਂ ਡਰਦੇ ਹੋਏ ਕਿਹਾ ਕਿ ਮੈਂ ਰੋਜ਼ ਦਿੰਦੀ ਹਾਂ। ਮੇਰੀ ਸੱਸ ਗੁੱਸੇ ਵਿੱਚ ਕਹਿਣ ਲੱਗੀ ਕਿ ਤੂੰ ਝੂਠ ਬੋਲ ਰਹੀ ਹੈ, ਤੂੰ ਉਸ ਨੂੰ ਨਹੀਂ ਪਿਲਾਉਂਦੀ। ਹੁਣ ਜੋ ਕੁਝ ਵੀ ਹੋਵੇਗਾ ਉਸਦੀ ਜ਼ਿੰਮੇਵਾਰ ਤੂੰ ਖੁਦ ਹੋਵੇਂਗੀ। ਉਹ ਗੁੱਸੇ ਵਿੱਚ ਇਹ ਸਭ ਕਹਿ ਕੇ ਕਮਰੇ ਵਿੱਚੋਂ ਬਾਹਰ ਚਲੇ ਗਈ, ਪਰ ਮੈਂ ਆਪਣੀ ਸੱਸ ਦੀ ਗੱਲ ਤੇ ਪਰੇਸ਼ਾਨ ਹੋ ਗਈ। ਮੈਂ ਸੋਚਣ ਲੱਗੀ, ਇੰਨੀ ਮੁਸ਼ਕਲ ਹੋ ਤਾਂ ਰਹੀ ਹੈ, ਹੁਣ ਹੋਰ ਕੀ ਬਾਕੀ ਰਹਿ ਗਿਆ? ਮੈਨੂੰ ਡਰ ਲੱਗਣ ਲੱਗਿਆ ਕਿ ਹੁਣ ਹੋਰ ਕੀ ਬੁਰਾ ਹੋਣ ਵਾਲਾ ਹੈ। ਮੈਂ ਇਸ ਗੱਲ ਤੋਂ ਵੀ ਹੈਰਾਨ ਸੀ ਕਿ ਆਖਰ ਮੇਰੀ ਸੱਸ ਨੂੰ ਪਹਿਲੇ ਦਿਨ ਹੀ ਮੇਰੇ ਨਾਲ ਕੀ ਹਮਦਰਦੀ ਹੋ ਗਈ। ਅਗਲੇ ਦਿਨ ਮੈਂ ਹਸਪਤਾਲ ਤੋਂ ਜਲਦੀ ਘਰ ਵਾਪਸ ਆ ਗਈ ਸੀ। ਜਦ ਮੈਂ ਡਰਾਇੰਗ ਰੂਮ ਵਿੱਚ ਪੈਰ ਰੱਖਿਆ ਤਾਂ ਦੇਖਿਆ ਕਿ ਉਹ ਆਂਟੀ ਮੇਰੀ ਨਣਦ ਕੋਲ ਬੈਠੀ ਸੀ ਜਿਸ ਨੇ ਮੇਰਾ ਰਿਸ਼ਤਾ ਕਰਵਾਇਆ ਸੀ। ਮੈਂ ਨਜ਼ਰਅੰਦਾਜ਼ ਕਰਕੇ ਆਪਣੇ ਕਮਰੇ ਵੱਲ ਜਾਣ ਲੱਗੀ ਤਾਂ ਉਹਨਾਂ ਦੀਆਂ ਗੱਲਾਂ ਸੁਣ ਕੇ ਮੇਰਾ ਜਿਵੇਂ ਸਾਹ ਹੀ ਰੁਕ ਗਿਆ ਹੋਵੇ। ਮੈਂ ਆਪਣੇ ਮੂੰਹ ਤੇ ਹੱਥ ਰੱਖ ਕੇ ਆਪਣੇ ਕਮਰੇ ਵਿੱਚ ਭੱਜ ਗਈ ਤੇ ਦਰਵਾਜ਼ਾ ਬੰਦ ਕਰਕੇ ਰੋਣ ਲੱਗੀ। ਮੈਨੂੰ ਹੁਣ ਤੱਕ ਯਕੀਨ ਨਹੀਂ ਹੋ ਰਿਹਾ ਸੀ ਕਿ ਜੋ ਮੈਂ ਸੁਣਿਆ ਉਹ ਸੱਚ ਹੈ। ਮੇਰੇ ਨਾਲ ਇੰਨਾ ਵੱਡਾ ਖੇਲ ਖੇਲਿਆ ਗਿਆ ਸੀ। ਮੈਂ ਫੈਸਲਾ ਕੀਤਾ ਕਿ ਮੈਂ ਇਸ ਬਾਰੇ ਆਪਣੇ ਪਤੀ ਨਾਲ ਗੱਲ ਕਰਾਂਗੀ, ਪਰ ਅਗਲੇ ਦਿਨ ਜੋ ਹੋਇਆ ਮੇਰੇ ਪੈਰਾਂ ਥੱਲਿਓਂ ਜ਼ਮੀਨ ਨਿਕਲ ਗਈ ਕਿਉਂਕਿ ਜਦ ਮੇਰਾ ਪਤੀ ਘਰ ਆਇਆ ਤਾਂ ਮੈਂ ਮੰਮੀ ਦੇ ਘਰ ਵਾਪਸ ਆ ਗਈ ਸੀ। ਘਰ ਆ ਕੇ ਮੈਂ ਬਹੁਤ ਰੋਈ। ਮੇਰੇ ਰੋਣ ਨਾਲ ਮੇਰੇ ਮੰਮੀ ਬਹੁਤ ਪਰੇਸ਼ਾਨ ਹੋ ਗਏ ਤੇ ਮੈਨੂੰ ਰੋਣ ਦੀ ਵਜ੍ਹਾ ਪੁੱਛਣ ਲੱਗੇ। ਤਾਂ ਮੈਂ ਰੋਂਦੇ ਹੋਏ ਉਹਨਾਂ ਨੂੰ ਸਾਰਾ ਕੁਝ ਦੱਸ ਦਿੱਤਾ। ਹੁਣ ਮੈਂ ਸ਼ੁਰੂ ਤੋਂ ਆਪਣੀ ਕਹਾਣੀ ਦੱਸਦੀ ਹਾਂ। ਦਰਅਸਲ ਜਦ ਮੈਂ ਪੈਦਾ ਹੋਈ ਤਾਂ ਮੈਂ ਬਹੁਤ ਜ਼ਿਆਦਾ ਖੂਬਸੂਰਤ ਸੀ, ਪਰ ਜਦ ਮੈਂ 6 ਸਾਲ ਦੀ ਸੀ ਤਾਂ ਗਰਮ-ਗਰਮ ਦੁੱਧ ਮੇਰੇ ਚਿਹਰੇ 'ਤੇ ਡਿੱਗ ਗਿਆ ਸੀ, ਜਿਸ ਨਾਲ ਮੇਰਾ ਅੱਧਾ ਚਿਹਰਾ ਬੁਰੀ ਤਰ੍ਹਾਂ ਜਲ ਗਿਆ ਸੀ। ਮੇਰੀ ਮੰਮੀ ਬਹੁਤ ਰੋਈ, ਬਹੁਤ ਤੜਫਦੀ ਰਹੀ। ਸਭ ਨੇ ਮੇਰੀ ਮੰਮੀ ਨੂੰ ਤਸੱਲੀ ਦਿੱਤੀ ਕਿ ਚਿਹਰਾ ਤਾਂ ਠੀਕ ਹੋ ਜਾਵੇਗਾ, ਪਰ ਕੁੜੀ ਦੀ ਜਾਨ ਤਾਂ ਬਚ ਗਈ। ਮੇਰੇ ਪਾਪਾ ਨੇ ਮੇਰਾ ਬਹੁਤ ਇਲਾਜ ਕਰਵਾਇਆ, ਪਰ ਕੋਈ ਫਾਇਦਾ ਨਹੀਂ ਹੋਇਆ। ਵਕਤ ਗੁਜ਼ਰਦਾ ਗਿਆ ਤੇ ਹੌਲੀ-ਹੌਲੀ ਮੇਰਾ ਚਿਹਰਾ ਠੀਕ ਹੁੰਦਾ ਗਿਆ, ਪਰ ਚਿਹਰੇ ਤੋਂ ਜਲੇ ਦਾ ਨਿਸ਼ਾਨ ਨਹੀਂ ਗਿਆ।
ਮੇਰੇ ਚਿਹਰੇ ਦੇ ਖੱਬੇ ਪਾਸੇ ਜਲੇ ਦਾ ਇੱਕ ਵੱਡਾ ਨਿਸ਼ਾਨ ਸੀ, ਜਿਹੜਾ ਕਿ ਦੇਖਣ ਨੂੰ ਬਹੁਤ ਬੁਰਾ ਲੱਗਦਾ ਸੀ। ਇਸੇ ਲਈ ਪੜ੍ਹੀ ਲਿਖੀ ਤੇ ਚੰਗੇ ਖਾਨਦਾਨ 'ਚੋਂ ਹੋਣ ਦੇ ਬਾਵਜੂਦ ਵੀ ਮੇਰਾ ਰਿਸ਼ਤਾ ਨਹੀਂ ਹੋ ਰਿਹਾ ਸੀ। ਰਿਸ਼ਤਾ ਲੈ ਕੇ ਆਉਣ ਵਾਲੇ ਮੇਰਾ ਚਿਹਰਾ ਦੇਖ ਕੇ ਹੀ ਰਿਸ਼ਤੇ ਤੋਂ ਇਨਕਾਰ ਕਰ ਦਿੰਦੇ। ਇਸੇ ਲਈ ਮੇਰੀ ਉਮਰ ਵੱਧਦੀ ਜਾ ਰਹੀ ਸੀ। ਫਿਰ ਇੱਕ ਆਂਟੀ ਨੇ ਮੇਰਾ ਰਿਸ਼ਤਾ ਕਰਵਾਇਆ ਤੇ ਇਸ ਰਿਸ਼ਤੇ ਦੀ ਹਕੀਕਤ ਉਸ ਸਮੇਂ ਮੇਰੇ ਸਾਹਮਣੇ ਆਈ ਜਦੋਂ ਮੈਂ ਇਸ ਰਿਸ਼ਤਾ ਕਰਾਉਣ ਵਾਲੀ ਆਂਟੀ ਤੇ ਆਪਣੀ ਨਣਦ ਦੀਆਂ ਗੱਲਾਂ ਸੁਣੀਆਂ। ਇਸ ਰਿਸ਼ਤੇ ਵਾਲੀ ਆਂਟੀ ਨੇ ਮੁੰਡੇ ਵਾਲਿਆਂ ਨੂੰ ਇਹ ਲਾਲਚ ਦਿੱਤਾ ਸੀ ਕਿ ਮੇਰਾ ਕੋਈ ਭਾਈ ਨਹੀਂ ਹੈ ਤੇ ਜੋ ਕਮਾਉਂਦੀ ਹੈ ਉਹ ਉਹਨਾਂ ਦਾ ਹੀ ਹੈ। ਮੇਰੀ ਮਾਂ ਵੀ ਬਿਮਾਰ ਰਹਿੰਦੀ ਹੈ ਤੇ ਮਾਂ ਤੋਂ ਬਾਅਦ ਘਰ ਵੀ ਉਹਨਾਂ ਦਾ ਹੀ ਹੋਵੇਗਾ, ਕਿਉਂਕਿ ਮੇਰੇ ਸਸੁਰਾਲ ਵਾਲੇ ਬਹੁਤ ਗਰੀਬ ਸਨ। ਉਹ ਕਿਰਾਏ ਦੇ ਮਕਾਨ 'ਤੇ ਰਹਿੰਦੇ ਸਨ, ਇਸ ਲਈ ਉਹਨਾਂ ਨੂੰ ਲਾਲਚ ਆ ਗਿਆ। ਰਿਸ਼ਤੇ ਵਾਲੀ ਨੇ ਉਹਨਾਂ ਨੂੰ ਇਹ ਵੀ ਕਿਹਾ ਸੀ ਕਿ ਉਹ ਕਮਾਉਂਦੀ ਹੈ, ਕਮਾ ਕੇ ਆਪ ਵੀ ਖਾਵੇਗੀ ਤੇ ਤੁਹਾਨੂੰ ਵੀ ਖਿਲਾਵੇਗੀ। ਉਹ ਤੁਹਾਡੇ 'ਤੇ ਬੋਝ ਨਹੀਂ ਬਣੇਗੀ ਤੇ ਉਸ ਦੇ ਵਿੱਚ ਜਿਹੜਾ ਐਬ ਹੈ ਉਸ ਦੇ ਕਾਰਨ ਤੁਹਾਡੇ ਤੋਂ ਹਮੇਸ਼ਾ ਦਬ ਕੇ ਵੀ ਰਹੇਗੀ ਤੇ ਤੁਸੀਂ ਉਸ ਨੂੰ ਤਲਾਕ ਦਾ ਡਰ ਦੇ ਕੇ ਰੱਖਿਓ। ਇਸ ਲਾਲਚ ਵਿੱਚ ਆ ਕੇ ਮੈਨੂੰ ਉਹ ਵਿਆਹ ਕੇ ਲੈ ਗਏ ਸੀ ਤੇ ਮੇਰੀ ਸੱਸ ਨੇ ਮੈਨੂੰ ਉਹ ਕਾਗਜ਼ ਫੜਾਇਆ ਸੀ। ਮੈਨੂੰ ਅਜੇ ਵੀ ਨਹੀਂ ਪਤਾ ਸੀ ਕਿ ਉਹ ਕਾਗਜ਼ ਕਿਸ ਚੀਜ਼ ਦਾ ਸੀ ਤੇ ਇਸੇ ਕਰਕੇ ਮੇਰੇ ਪਤੀ ਤੇ ਮੇਰੀ ਨਣਦ ਨੇ ਮੈਨੂੰ ਪਹਿਲੇ ਦਿਨ ਤੋਂ ਹੀ ਬਦਸੂਰਤ ਕਹਿਣਾ ਸ਼ੁਰੂ ਕਰ ਦਿੱਤਾ ਸੀ, ਤਾਂ ਕਿ ਮੈਂ ਉਹਨਾਂ ਅੱਗੇ ਇੱਕ ਸ਼ਬਦ ਵੀ ਨਾ ਬੋਲਾਂ। ਉਸ ਰਾਤ ਮੇਰੇ ਪਤੀ ਨੇ ਮੇਰੇ ਨਾਲ ਜੋ ਕੀਤਾ ਉਹ ਸ਼ਾਇਦ ਦੁਨੀਆ ਦਾ ਕੋਈ ਵੀ ਪਤੀ ਆਪਣੀ ਪਤਨੀ ਨਾਲ ਨਹੀਂ ਕਰਦਾ ਹੋਵੇਗਾ। ਮੇਰੇ ਪਤੀ ਨੇ ਮੈਨੂੰ ਕਿਹਾ ਕਿ ਮੇਕਅਪ ਉਤਾਰ, ਜੇ ਤੇਰਾ ਚਿਹਰਾ ਬਦਸੂਰਤ ਹੋਇਆ ਤਾਂ ਮੈਂ ਤੈਨੂੰ ਤਲਾਕ ਦੇ ਦੇਵਾਂਗਾ। ਇਹ ਸੁਣਦੇ ਹੀ ਮੈਂ ਡਰ ਗਈ, ਕਿਉਂਕਿ ਮੇਰੇ ਚਿਹਰੇ 'ਤੇ ਤਾਂ ਦਾਗ ਸੀ। ਮੈਂ ਚਾਦਰ ਲੈ ਕੇ ਸੌਂ ਗਈ। ਜਦ ਮੇਰੇ ਪਤੀ ਨੇ ਚਾਦਰ ਖਿੱਚੀ ਤਾਂ ਮੇਰਾ ਚਿਹਰਾ ਦੇਖ ਕੇ ਉਹ ਚੀਖਿਆ ਕਿ ਤੂੰ ਤਾਂ ਇੰਨੀ ਬਦਸੂਰਤ ਹੈ, ਤੇਰੇ ਨਾਲ ਤਾਂ 1 ਮਿੰਟ ਵੀ ਮੈਂ ਨਹੀਂ ਰਹਿ ਸਕਦਾ। ਉਹਨਾਂ ਦੇ ਅਜਿਹਾ ਕਹਿਣ 'ਤੇ ਮੈਂ ਬਹੁਤ ਰੋਈ ਸੀ। ਮੈਂ ਆਪਣੇ ਪਤੀ ਦੇ ਅੱਗੇ ਹੱਥ ਜੋੜੇ ਗਿੜਗਿੜਾਈ ਕਿ ਤੁਸੀਂ ਮੈਨੂੰ ਤਲਾਕ ਨਾ ਦਿਓ, ਮੈਂ ਕਿੱਥੇ ਜਾਵਾਂਗੀ। ਮੇਰਾ ਪਤੀ ਮੰਨ ਹੀ ਨਹੀਂ ਰਿਹਾ ਸੀ। ਬੜੀ ਮੁਸ਼ਕਿਲ ਨਾਲ ਉਹ ਮੰਨਿਆ। ਉਸਨੇ ਇੱਕ ਸ਼ਰਤ ਰੱਖ ਦਿੱਤੀ। ਉਸਨੇ ਇਹ ਸ਼ਰਤ ਰੱਖੀ ਕਿ ਮੈਂ ਦੂਜਾ ਵਿਆਹ ਕਰਵਾਵਾਂਗਾ ਤੇ ਤੂੰ ਆਪਣੀ ਖੁਸ਼ੀ ਨਾਲ ਮੇਰੀ ਦੂਜੀ ਪਤਨੀ ਨੂੰ ਸਵੀਕਾਰ ਕਰੇਂਗੀ ਤੇ ਨੌਕਰੀ ਕਰਕੇ ਆਪਣਾ ਖਰਚਾ ਖੁਦ ਚੁੱਕੇਂਗੀ। ਮੇਰੇ ਪਤੀ ਦੇ ਕਹਿਣ 'ਤੇ ਮੈਂ ਮੰਨ ਗਈ ਤੇ ਜ਼ਹਿਰ ਦਾ ਘੁੱਟ ਪੀ ਲਿਆ। ਪਰ ਕੱਲ੍ਹ ਮੈਨੂੰ ਇਸ ਹਕੀਕਤ ਦਾ ਪਤਾ ਲੱਗ ਚੁੱਕਿਆ ਸੀ ਕਿ ਮੇਰਾ ਪਤੀ ਮੇਰੇ ਇਸ ਐਬ ਦੇ ਬਾਰੇ ਪਹਿਲਾਂ ਹੀ ਜਾਣਦਾ ਸੀ। ਇਸ ਦੇ ਬਾਵਜੂਦ ਵੀ ਉਸਨੇ ਮੇਰੇ ਨਾਲ ਵਿਆਹ ਕਰਵਾਇਆ। ਇਹ ਸਦਮਾ ਬਹੁਤ ਵੱਡਾ ਸੀ। ਮੈਂ ਫੈਸਲਾ ਕੀਤਾ ਸੀ ਕਿ ਮੈਂ ਆਪਣੇ ਪਤੀ ਨਾਲ ਇਸ ਬਾਰੇ ਗੱਲ ਕਰਾਂਗੀ, ਪਰ ਮੇਰਾ ਪਤੀ ਜਦ ਘਰ ਵਾਪਸ ਆਇਆ ਤਾਂ ਆਪਣੇ ਨਾਲ ਇੱਕ ਔਰਤ ਨੂੰ ਲੈ ਕੇ ਆਇਆ ਸੀ, ਜਿਸ ਨਾਲ ਉਹ ਵਿਆਹ ਕਰਵਾ ਚੁੱਕਿਆ ਸੀ। ਇਹ ਖਬਰ ਮੇਰੇ 'ਤੇ ਬਿਜਲੀ ਦੀ ਤਰ੍ਹਾਂ ਡਿੱਗੀ ਸੀ। ਵਾਅਦੇ ਦੇ ਮੁਤਾਬਕ ਮੈਂ ਇਹ ਸਭ ਕੁਝ ਬਰਦਾਸ਼ਤ ਵੀ ਕਰ ਲੈਂਦੀ, ਪਰ ਜੇ ਮੇਰਾ ਪਤੀ ਮੇਰੇ ਨਾਲ ਧੋਖਾ ਨਾ ਕਰਦਾ। ਮੈਂ ਆਪਣੀ ਮੰਮੀ ਨੂੰ ਇਹ ਸਭ ਕੁਝ ਦੱਸਿਆ। ਮੇਰੀ ਮਾਂ ਮੇਰੀ ਕਿਸਮਤ 'ਤੇ ਰੋਣ ਲੱਗੀ। ਫਿਰ ਉਸਨੇ ਮੈਨੂੰ ਹਿੰਮਤ ਦਿੱਤੀ ਤੇ ਸਮਝਾਉਣ ਲੱਗੀ ਕਿ ਮੈਂ ਆਪਣੇ ਘਰ ਵਾਪਸ ਚਲੀ ਜਾਵਾਂ। ਮੈਂ ਉਹਨਾਂ ਦੀ ਗੱਲਾਂ ਸੁਣ ਕੇ ਬਹੁਤ ਹੈਰਾਨ ਸੀ। ਮੇਰੀ ਮੰਮੀ ਕਹਿਣ ਲੱਗੀ ਕਿ ਤੂੰ ਸਬਰ ਰੱਖ, ਤੈਨੂੰ ਸਬਰ ਦਾ ਫਲ ਜ਼ਰੂਰ ਮਿਲੇਗਾ, ਪਰ ਤੇਰੇ ਤਲਾਕ ਦਾ ਦੁੱਖ ਮੈਂ ਹੁਣ ਬਰਦਾਸ਼ਤ ਨਹੀਂ ਕਰ ਸਕਦੀ। ਮੈਂ ਮੰਮੀ ਦੇ ਕਹਿਣ 'ਤੇ ਵਾਪਸ ਆਪਣੇ ਸਸੁਰਾਲ ਆ ਗਈ। ਮੇਰੀ ਸੌਕਣ ਤੇ ਨਣਦ ਨੇ ਮੈਨੂੰ ਇਸ ਤਰ੍ਹਾਂ ਦੇਖਿਆ ਜਿਵੇਂ ਮੈਨੂੰ ਖਾ ਜਾਣਗੀਆਂ। ਮੈਂ ਇਹ ਸਭ ਨਜ਼ਰਅੰਦਾਜ਼ ਕਰਕੇ ਆਪਣੇ ਕਮਰੇ ਵਿੱਚ ਚਲੇ ਗਈ। ਮੇਰਾ ਪਤੀ ਤੇ ਸੌਕਣ ਬਹੁਤ ਖੁਸ਼ ਸਨ। ਦਿਨ ਗੁਜ਼ਰਦੇ ਗਏ। ਅਚਾਨਕ ਮੇਰੀ ਨਣਦ ਤੇ ਸੌਕਣ ਦੀਆਂ ਲੜਾਈਆਂ ਸ਼ੁਰੂ ਹੋ ਗਈਆਂ। ਮੇਰੀ ਨਣਦ, ਜਿਸ ਨੂੰ ਆਪਣਾ ਹੁਕਮ ਚਲਾਉਣ ਅਤੇ ਆਪਣਾ ਸਿੱਕਾ ਜਮਾਉਣ ਦੀ ਆਦਤ ਸੀ, ਉਹ ਹੁਣ ਪਛਤਾ ਰਹੀ ਸੀ, ਕਿਉਂਕਿ ਮੇਰੀ ਸੌਕਣ ਉਸ ਨੂੰ ਭਾਈ ਦੇ ਘਰ ਬੈਠੇ ਰਹਿਣ ਦੇ ਤਾਨੇ ਦੇਣ ਲੱਗੀ ਸੀ ਤੇ ਮੇਰਾ ਪਤੀ ਵੀ ਉਸ ਨੂੰ ਕੁਝ ਨਹੀਂ ਕਹਿੰਦਾ ਸੀ। ਮੇਰੀ ਨਣਦ ਨੂੰ ਛੇਤੀ ਹੀ ਅਹਿਸਾਸ ਹੋ ਗਿਆ ਕਿ ਉਸ ਨੇ ਮੇਰੇ ਨਾਲ ਕਿੰਨਾ ਗਲਤ ਕੀਤਾ ਹੈ ਤੇ ਉਹ ਰੋ ਰੋ ਕੇ ਮੇਰੇ ਤੋਂ ਮਾਫੀ ਮੰਗ ਰਹੀ ਸੀ। ਦਿਨ ਲੰਘਦੇ ਜਾ ਰਹੇ ਸੀ। ਵਿਆਹ ਨੂੰ 6 ਮਹੀਨੇ ਹੋ ਗਏ ਸੀ ਜਦ ਇੱਕ ਦਿਨ ਅਚਾਨਕ ਹਸਪਤਾਲ ਵਿੱਚ ਇੱਕ ਕੇਸ ਆਇਆ, ਜਿਸ ਦਾ ਐਕਸੀਡੈਂਟ ਹੋਇਆ ਸੀ, ਜਿਸ ਦੀਆਂ ਲੱਤਾਂ ਕੱਟਣੀਆਂ ਪਈਆਂ ਸਨ। ਮੈਨੂੰ ਇਹ ਦੇਖ ਕੇ ਧੱਕਾ ਲੱਗਿਆ, ਕਿਉਂਕਿ ਉਹ ਤਾਂ ਮੇਰਾ ਪਤੀ ਸੀ। ਆਪਰੇਸ਼ਨ ਤੋਂ ਬਾਅਦ ਉਹ ਮੇਰਾ ਪਤੀ ਅਪਾਹਜ ਹੋ ਗਿਆ ਸੀ। ਮੇਰੀ ਨਣਦ ਤੇ ਸੱਸ ਬਹੁਤ ਜ਼ਿਆਦਾ ਦੁਖੀ ਸਨ। ਮੇਰੀ ਸੌਕਣ ਵੀ ਰੋ ਰਹੀ ਸੀ। ਮੈਨੂੰ ਤਾਂ ਕਿਸੇ ਨੇ ਦੁਖੀ ਹੋਣ ਦਾ ਵੀ ਹੱਕ ਨਹੀਂ ਦਿੱਤਾ ਸੀ। ਇਸ ਗੱਲ ਨੂੰ 1 ਹਫ਼ਤਾ ਹੀ ਲੰਘਿਆ ਸੀ ਜਦ ਮੇਰੀ ਸੌਕਣ ਨੇ ਆਪਣੇ ਪੇਕੇ ਜਾ ਕੇ ਮੇਰੇ ਪਤੀ ਨੂੰ ਤਲਾਕ ਦੇ ਪੇਪਰ ਭੇਜ ਦਿੱਤੇ ਸਨ ਕਿ ਉਹ ਹੁਣ ਉਸ ਦੀ ਜ਼ਿੰਮੇਵਾਰੀ ਤੇ ਖਰਚ ਚੁੱਕਣ ਦੇ ਕਾਬਲ ਨਹੀਂ ਰਿਹਾ। ਉਹ ਵਕਤ ਮੇਰੇ ਪਤੀ ਤੇ ਬਹੁਤ ਮੁਸ਼ਕਲ ਭਰਿਆ ਸੀ। ਫਿਰ ਉਸਨੇ ਇੱਕ ਦਿਨ ਮੈਨੂੰ ਆਪਣੇ ਕੋਲ ਬੁਲਾਇਆ ਤੇ ਮੇਰੇ ਤੋਂ ਮਾਫੀ ਮੰਗਣ ਲੱਗਿਆ। ਉਹ ਬਹੁਤ ਪਛਤਾ ਰਿਹਾ ਸੀ।
ਉਸ ਨੂੰ ਬਹੁਤ ਸ਼ਰਮਿੰਦਗੀ ਸੀ, ਇਸ ਲਈ ਮੈਂ ਉਸ ਨੂੰ ਮਾਫ਼ ਕਰ ਦਿੱਤਾ। ਉਸ ਨੂੰ ਹੁਣ ਪਤਾ ਚੱਲ ਚੁੱਕਿਆ ਸੀ ਕਿ ਸੂਰਤ ਨਾਲ ਕੁਝ ਨਹੀਂ ਹੁੰਦਾ, ਸੀਰਤ ਵੀ ਚੰਗੀ ਹੋਣੀ ਚਾਹੀਦੀ ਹੈ। ਜੇ ਚੰਗੀ ਸੀਰਤ ਹੋਵੇ ਤਾਂ ਜ਼ਿੰਦਗੀ ਵਧੀਆ ਲੰਘ ਜਾਂਦੀ ਹੈ। ਮੈਂ ਆਪਣੀ ਸੱਸ ਨੂੰ ਪੁੱਛਿਆ ਕਿ ਉਹ ਕਾਗਜ਼ ਕਿਸ ਚੀਜ਼ ਦਾ ਸੀ। ਕਿਤੇ ਉਸ ਕਾਗਜ਼ ਦੇ ਕਾਰਨ ਹੀ ਮੇਰੇ ਪਤੀ ਦੀ ਇਹ ਹਾਲਤ ਤਾਂ ਨਹੀਂ ਹੋਈ। ਮੇਰੀ ਗੱਲ ਸੁਣ ਕੇ ਮੇਰੀ ਸੱਸ ਮੁਸਕਰਾਈ ਤੇ ਕਹਿਣ ਲੱਗੀ ਕਿ ਉਹ ਇੱਕ ਤਾਵੀਜ਼ ਸੀ ਜਿਸ ਨਾਲ ਤੇਰੇ ਪਤੀ ਨੂੰ ਤੇਰੇ ਵਿੱਚ ਖੂਬੀਆਂ ਹੀ ਦਿਖਣੀਆਂ ਸਨ। ਮੇਰੀ ਸੱਸ ਆਪਣੀ ਬੇਟੀ ਤੇ ਬੇਟੇ ਦੀਆਂ ਕਰਤੂਤਾਂ ਤੋਂ ਜਾਣੂ ਸੀ। ਉਹ ਮੇਰਾ ਹਮੇਸ਼ਾ ਤੋਂ ਭਲਾ ਚਾਹੁੰਦੀ ਸੀ, ਪਰ ਮੈਂ ਹੀ ਸਮਝ ਨਾ ਸਕੀ। ਖੈਰ, ਹੁਣ ਸਭ ਕੁਝ ਠੀਕ ਹੋ ਗਿਆ ਹੈ। ਮੇਰੀ ਨਣਦ ਤੇ ਮੇਰੇ ਪਤੀ ਨੂੰ ਆਪਣੇ ਕੀਤੇ ਤੇ ਪਛਤਾਵਾ ਸੀ। ਉਹਨਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਸੀ। ਦੋਸਤੋ, ਮੈਂ ਆਪਣੇ ਪਤੀ ਨੂੰ ਮਾफ़ ਕਰਕੇ ਠੀਕ ਕੀਤਾ ਜਾਂ ਗਲਤ, ਇਸ ਬਾਰੇ ਤੁਹਾਡੇ ਕੀ ਵਿਚਾਰ ਹਨ? ਕਮੈਂਟ ਕਰਕੇ ਜ਼ਰੂਰ ਦੱਸਿਓ। ਜੇ ਵੀਡੀਓ ਪਸੰਦ ਆਈ ਤਾਂ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਧੰਨਵਾਦ ਜੀ।